मैं अज बड़े अहम मसले ते गल करूंगा, उस युद्ध की जो पूरा संसार कोरोना वायरस के नाल लड़ रहा है। ਨਵਜੋਤ ਸਿੰਘ ਸਿੱਧੂ ਨਾਮ ਹੀ ਕਾਫੀ ਹੈ। ਨਾਮ ਕਾਦੇ ਲਈ? ਵਿਵਾਦਾਂ ਲਈ ਵੀ। ਬੀਜੇਪੀ ਚ ਭਾਵੇਂ ਦਾਲ ਨਾ ਗਲੀ ਹੋਵੇ ਜਾਂ ਮਰਜ਼ੀ ਦੇ ਨਾਲ ਛੱਡਿਆ ਹੋਵੇ, ਪੰਜਾਬ ਦੀ ਕਾਂਗਰਸ ਸਰਕਾਰ ਚ ਦਾਲ ਨਾ ਗਲੀ ਤੇ ਮੰਤਰੀ ਦਾ ਅਹੁਦਾ ਦਾ ਤਮਗਾ ਲਾਤਾ ਜਾਂ ਲਵਾਤਾ, ਇਹ ਸਿੱਧੂ ਭਾਜੀ ਜਾਣਨ। ਪਰ ਕਈ ਚਿਰੀ ਇਕਾਂਤਵਾਸ ਜਾਂ ਇਹ ਕਹੋ ਕਿ ਸੱਤਾ ਤੋਂ, ਲੋਕਾਂ ਤੋਂ, ਮੀਡੀਆ ਤੋਂ ਦੂਰ ਰਹਿਣ ਤੋਂ ਬਾਅਦ ਸਿੱਧੂ ਭਾਜੀ ਸਾਹਮਣੇ ਵੀ ਆਏ। ਪਰ ਜਦੋਂ ਆਏ ਤੇ ਕੁਝ ਹੀ ਦੇਰ ਦੇ ਵਿੱਚ ਮੁੜ ਤੋਂ ਆਪਣੇ ਅੰਦਾਜ਼ ਦੇ ਵਿੱਚ ਦਿਖਾਇਆ, ਵਿਵਾਦ ਵੀ ਪੈਦਾ ਕੀਤਾ ਜਾਂ ਹੋ ਗਿਆ ਇਹ ਕਹਿ ਲੋ। ਗੱਲ ਭਾਵੇਂ ਇਹੋ ਹੈ ਪਰ ਗੱਲ ਮੁੱਕੀ ਨਹੀਂ, ਗੱਲ ਅਜੇ ਬਾਕੀ ਹੈ। ਸੋ ਵਿਖਾਣੇ ਆ ਆਪਣੀ ਇਸ ਖਾਸ ਪੇਸ਼ਕਸ਼ ਦੇ ਵਿੱਚ। ਕਾਫੀ ਚਿਰਾਂ ਬਾਅਦ ਸੁਰਖੀਆਂ ਦੇ ਵਿੱਚ ਆਏ ਸਿੱਧੂ ਭਾਜੀ ਟਲਦੇ ਨਹੀਂ। ਵਿਰੋਧੀਆਂ ਨੂੰ ਚਿੱਤ ਕਰਨਾ ਹੋਵੇ, ਲੰਬੇ ਲੰਬੇ ਭਾਸ਼ਣ ਦੇਣੇ ਹੋਣ ਤੇ ਜਾਂ ਫਿਰ ਗੱਲ ਅਣਖ ਦੀ ਕਰਨੀ ਹੋਵੇ, ਸਿੱਧੂ ਭਾਜੀ ਟਾਲਦੇ ਨਹੀਂ। ਤੇ ਬਸ ਸ਼ਾਇਦ ਇਹੋ ਵਜ੍ਹਾ ਹੈ ਕਿ ਹੁਣ ਭਾਜੀ ਤੇ ਪਰਚਾ ਦਰਜ ਕਰਨ ਦੀ ਸਿਫਾਰਿਸ਼ ਵੀ ਹੋ ਚੁੱਕੀ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ HC ਅਰੋੜਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਵਜੋਤ ਸਿੰਘ ਸਿੱਧੂ ਦੀ ਸ਼ਿਕਾਇਤ ਕੀਤੀ। ਅਰੋੜਾ ਨੇ ਕਿਹਾ ਕਿ ਕਾਂਗਰਸੀ ਵਿਧਾਇਕ ਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀਆਂ ਲਗਾਤਾਰ ਅਜਿਹੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿਨ੍ਹਾਂ ਵਿੱਚ ਉਹ ਕੋਰੋਨਾ ਵਾਇਰਸ ਦੇ ਖਤਰੇ ਦੇ ਬਾਵਜੂਦ ਜਨਤਕ ਥਾਵਾਂ ਉੱਤੇ ਬਿਨਾਂ ਮਾਸਕ ਲਗਾਏ, ਬਿਨਾਂ ਦਸਤਾਨੇ ਪਾਏ ਤੇ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਉਡਾਉਂਦੇ ਹੋਏ ਰਾਸ਼ਨ ਵੰਡਦੇ ਦਿਖਾਈ ਦਿੰਦੇ ਨੇ। ਇਹੀ ਨਹੀਂ, ਸੀਨੀਅਰ ਐਡਵੋਕੇਟ ਨੇ ਕਿਹਾ ਕਿ ਸਿੱਧੂ ਦਾ ਇਹ ਕਦਮ ਪੰਜਾਬ ਸਰਕਾਰ ਦੇ ਹੁਕਮ ਦੀ ਉਲੰਘਣਾ ਹੈ, ਇਸ ਲਈ ਉਹਨਾਂ ਵਿਰੁੱਧ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਹਾਲਾਂਕਿ ਪੰਜਾਬ ਸਰਕਾਰ, ਪੰਜਾਬ ਪੁਲਿਸ ਨੇ ਇਸ ਨੂੰ ਗੰਭੀਰਤਾ ਦੇ ਨਾਲ ਨਹੀਂ ਸੋਚਿਆ ਕਿ ਸਿੱਧੂ ਤੇ ਕਾਰਵਾਈ ਕਰਨੀ ਚਾਹੀਦੀ ਹੈ ਜਾਂ ਨਹੀਂ, ਕਿਉਂਕਿ ਜੇ ਸੋਚਿਆ ਹੁੰਦਾ ਤਾਂ ਮੁੱਖ ਮੰਤਰੀ ਪੰਜਾਬ ਦੇ DGP ਜਾਂ ਅੰਮ੍ਰਿਤਸਰ ਦੇ ਕਮਿਸ਼ਨਰ ਦਾ ਬਿਆਨ ਵੀ ਜ਼ਰੂਰ ਆਉਂਦਾ, ਜਾਂ ਉਹ ਸਿੱਧੂ ਭਾਜੀ ਦੀ ਇਸ ਹਰਕਤ ਤੋਂ ਅਣਜਾਣ ਨੇ ਜਾਂ ਅਣਜਾਣ ਹੋਣਾ ਚਾਹੁੰਦੇ ਨੇ। ਕਾਰਨ ਪਿਛਲੀਆਂ ਖਬਰਾਂ ਦਾ ਹੋਣਾ ਵੀ ਹੋ ਸਕਦਾ ਹੈ, ਹਾਲਾਂਕਿ ਇਹ ਸਪਸ਼ਟ ਨਹੀਂ ਹੈ, ਪਰ ਐਵੇਂ ਹੋ ਤਾਂ ਸਕਦਾ ਹੈ ਜੇ ਸਿੱਧੂ ਭਾਜੀ ਬਾਰੇ ਕੁਝ ਬੋਲਿਆ ਗਿਆ ਤੇ ਭਾਜੀ ਕਿਸੇ ਹੋਰ ਪਾਰਟੀ ਵੱਲ ਨਾ ਤੁਰ ਜਾਣ, ਕਿਉਂਕਿ ਟੈਨਸ਼ਨ ਤਾਂ ਪਹਿਲਾਂ ਦੀ ਵੀ ਬਣੀ ਹੋਈ ਹੈ। ਬਹਿਰਹਾਲ ਅੱਜ ਦੀ ਕਹਾਣੀ ਇਹ ਨਹੀਂ ਕਿ ਸਿੱਧੂ ਕਿਸ ਪਾਰਟੀ ਵੱਲ ਜਾ ਸਕਦੇ ਨੇ ਜਾਂ ਜਾ ਸਕਦੇ ਨੇ ਜਾਂ ਨਹੀਂ। ਅੱਜ ਦੀ ਕਹਾਣੀ ਇਹ ਹੈ ਕਿ ਸਿੱਧੂ ਨੇ ਬਿਨਾਂ ਮਾਸਕ ਪਾਏ ਰਾਸ਼ਨ ਵੰਡਿਆ, ਸੋਸ਼ਲ ਡਿਸਟੈਂਸਿੰਗ ਦੀ ਉਲੰਘਣਾ ਕੀਤੀ। ਕਿ ਇਹ ਜੁਰਮ ਹੈ? ਕਿਉਂਕਿ ਕਾਂਗਰਸ ਨਾ ਛੱਡ ਕੇ ਜਾਨ ਦੀ ਕਸਮ ਤਾਂ ਭਾਜੀ ਪਹਿਲਾਂ ਹੀ ਖਾ ਚੁੱਕੇ ਨੇ। ਬਹਿਰਹਾਲ HC ਅਰੋੜਾ ਵੱਲੋਂ ਸ਼ਿਕਾਇਤ ਤੋਂ ਬਾਅਦ ਸਿੱਧੂ ਸਾਹਿਬ ਇੱਕ ਵਾਰ ਮੁੜ ਤੋਂ ਸੁਰਖੀਆਂ 'ਚ ਨੇ, ਕਿਉਂਕਿ ਨਿਯਮਾਂ ਦੀ ਉਲੰਘਣਾ ਵਾਲੇ ਮਾਮਲੇ ਤਾਂ ਠੰਡੇ ਪੈ ਗਏ। ਉਹਨਾਂ ਮਾਮਲਿਆਂ ਨਾਲ ਵੀ ਦੁਬਾਰਾ ਰੂਬਰੂ ਕਰਵਾਵਾਂਗੇ, ਕਿਉਂਕਿ ਨਿਊਜ਼ 18 ਉਹਨਾਂ ਖਬਰਾਂ ਨੂੰ ਪਹਿਲਾਂ ਵੀ ਪ੍ਰਮੁਖਤਾ ਨਾਲ ਦਿਖਾਉਂਦਾ ਰਿਹਾ ਹੈ। ਪਰ ਇਹ ਤਾਂ ਲਾਜ਼ਮੀ ਹੈ ਕਿ HC ਅਰੋੜਾ ਦੀ ਇਹ ਸਿਫਾਰਿਸ਼ ਤੇ ਸਿਆਸਤ ਜ਼ਰੂਰ ਪੱਕ ਸਕਦੀ ਹੈ। ਖਾਸ ਤੌਰ ਤੇ ਉਹਨਾਂ ਦੇ ਵਿਰੋਧੀ ਮੁੱਦਾ ਬਣਾ ਸਕਦੇ ਨੇ ਕਿ ਕਾਂਗਰਸ ਦੇ MLA ਕਾਂਗਰਸ ਸਰਕਾਰ ਦੇ ਹੁਕਮਾਂ ਦੀ ਪਾਲਣਾ ਨਹੀਂ ਕਰ ਰਹੇ। मेरी पग दे लड़ वर्गे पंजाबियों भैनों ते भरावों, 14 ਮਾਰਚ ਦਿਨ ਸ਼ਨੀਚਰਵਾਰ ਨੂੰ ਸਿੱਧੂ ਨੇ ਆਪਣੇ ਇੱਕ YouTube ਚੈਨਲ ਬਣਾਇਆ। ਸਿੱਧੂ ਦੇ ਆਫਿਸ ਨੇ ਇਸ ਬਾਰੇ ਕਿਹਾ ਸੀ ਕਿ ਇਹ ਪੰਜਾਬ ਨੂੰ ਮੁੜ ਸੁਰਜੀਤ ਅਤੇ ਪੁਨਰ ਜਾਗਰਣ ਨੂੰ ਪ੍ਰੇਰਿਤ ਕਰਨ ਦੇ ਲਈ ਇੱਕ ਪਲੇਟਫਾਰਮ ਹੈ। ਦਰਅਸਲ 9 ਮਹੀਨਿਆਂ ਦੇ ਚਿੰਤਨ ਤੋਂ ਬਾਅਦ ਅਤੇ ਸਵੈ ਨਿਰੀਖਣ ਤੋਂ ਬਾਅਦ ਸਾਬਕਾ ਮੰਤਰੀ ਤੇ 4 ਵਾਰ ਦੇ MP ਪੰਜਾਬ ਦੇ ਜਵਲੰਤ ਮੁੱਦਿਆਂ ਤੇ ਗੱਲ ਕਰਨਗੇ। ਇਸ ਦੇ ਨਾਲ ਸਿੱਧੂ ਪੰਜਾਬ ਦੇ ਪੁਨਰ ਉਥਾਨ ਦੇ ਲਈ ਇੱਕ ਠੋਸ ਰੋਡ ਮੈਪ ਬਣਾਉਣ ਦੀ ਕੋਸ਼ਿਸ਼ ਕਰਾਂਗਾ। ਇੰਨਾ ਹੀ ਨਹੀਂ, ਸਿੱਧੂ ਨੇ ਕਿਹਾ ਸੀ ਕਿ ਇਹ ਚੈਨਲ ਬਾਬਾ ਨਾਨਕ ਦੇ ਵੱਲੋਂ ਦਿਖਾਏ ਗਏ ਗਲੋਬਲ ਭਾਈਚਾਰਾ, ਸਹਿਣਸ਼ੀਲਤਾ, ਪਿਆਰ ਤੇ ਸ਼ਾਂਤੀ ਦੁਆਰਾ ਪ੍ਰੇਰਿਤ ਹੈ। ਜੋ ਜਿੱਤੇਗਾ ਪੰਜਾਬ ਦਾ ਲੋਗੋ ਪੰਜਾਬ ਰਾਜ ਪੰਛੀ ਈਗਲ ਤੋਂ ਪ੍ਰੇਰਿਤ ਹੈ। ਪਰ ਇਸ ਦੇ ਵਿਪਰੀਤ ਹੋਇਆ ਕਿ ਲੋ ਵੇਖੋ, ਜਨਾਬ ਨੇ ਸੋਸ਼ਲ ਡਿਸਟੈਂਸਿੰਗ ਭਾਵ ਫਿਜ਼ੀਕਲ ਡਿਸਟੈਂਸਿੰਗ ਜਾਂ ਕੋ ਸਰੀਰਕ ਦੂਰੀ ਦੇ ਨਾਲ ਸਰਕਾਰ ਦੇ ਬਾਕੀ ਕਈ ਹੋਰ ਆਦੇਸ਼ਾਂ ਦੀਆਂ ਧੱਜੀਆਂ ਉਡਾ ਕੇ ਰੱਖ ਦਿੱਤੀਆਂ। ਜਨਾਬ ਆਪਣੇ ਲਾਮ ਲਸ਼ਕਰ ਦੇ ਨਾਲ ਸ਼ਾਨ ਦੇ ਨਾਲ ਘਰੋਂ ਬਾਹਰ ਨਿਕਲਦੇ ਨੇ ਭਲਾਈ ਕਰਨ। MLA ਹੋਣ ਦੇ ਨਾਲ ਇਨਸਾਨੀਅਤ ਦਾ ਰਿਸ਼ਤਾ ਜੋ ਹੈ ਤੇ ਨਿਯਮਾਂ ਨੂੰ ਛਿੱਕੇ ਟੰਗਦੇ ਨੇ। ਵਿਵਾਦਾਂ ਦੇ ਬਾਦਸ਼ਾਹ ਦਾ ਜਦੋਂ ਮੁੱਦਤਾਂ ਬਾਅਦ ਲੋਕਾਂ ਨੂੰ ਦੀਦਾਰ ਹੋਇਆ ਤਾਂ ਵੀ ਉਹਨਾਂ ਨੇ ਮੁੜ ਇੱਕ ਨਵਾਂ ਵਿਵਾਦ ਛੇੜ ਦਿੱਤਾ। ਆਪਣੀ ਸ਼ਾਇਰੀ ਜਾਂ ਆਪਣੇ ਵਿਵਾਕ ਅੰਦਾਜ਼ ਨੂੰ ਲੈ ਕੇ ਸੁਰਖੀਆਂ ਬਟੋਰਨ ਵਾਲੇ ਨਵਜੋਤ ਸਿੰਘ ਸਿੱਧੂ ਹੁਣ ਲੋਕਾਂ ਦੀ ਜਾਨ ਨੂੰ ਖਤਰੇ ਦੇ ਵਿੱਚ ਪਾ ਰਹੇ ਨੇ।
ਉਹ ਵੀ ਇੱਕ ਵਾਰ ਨਹੀਂ ਸਗੋਂ ਵਾਰ-ਵਾਰ ਇਲਜ਼ਾਮ ਇਹੋ ਨੇ। दरअसल सरकार दे हुक्मां दियां धज्जियां उड़ा रहे ने ਜਾਂ ਇਹ ਕਹਿ ਲਈਏ ਕਿ ਕਾਨੂੰਨ ਜਾਂ ਨਿਯਮਾਂ ਨੂੰ ਟਿੱਚ ਜਾਣਦੇ ਨੇ। दरअसल कोरोना वायरस ਦੇ ਕਹਿਰ ਨੂੰ ਰੋਕਣ ਦੇ ਲਈ ਸਰਕਾਰ ਨੇ ਲਾਕਡਾਊਨ ਤੇ ਕਰਫਿਊ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਲੋਕਾਂ ਨੂੰ ਰਾਸ਼ਨ ਅਤੇ ਰੋਜ਼ ਵਰਤੋਂ ਦੀਆਂ ਚੀਜ਼ਾਂ ਦੀ ਕਮੀ ਹੋਣ ਲੱਗੀ ਤਾਂ ਸਿੱਧੂ ਨੂੰ ਵੀ ਆਪਣੇ ਹਲਕੇ ਦੇ ਲੋਕਾਂ ਦੀ ਯਾਦ ਆ ਗਈ ਜਾਂ ਇਹ ਕਹਿ ਲਓ ਫਿਕਰ ਸਤਾਉਣ ਲੱਗੀ ਅਤੇ ਨਿਕਲ ਪਏ ਲੋਕਾਂ ਦਾ ਹਾਲ ਜਾਣਨ ਦੇ ਲਈ। ਸਿੱਧੂ ਇੱਥੇ ਪਹੁੰਚੇ ਤਾਂ ਲੋਕਾਂ ਦੀ ਭਲਾਈ ਲਈ ਸੀ ਪਰ ਲੋਕਾਂ ਦੀ ਜਾਨ ਨੂੰ ਹੀ ਖਤਰੇ ਦੇ ਵਿੱਚ ਪਾ ਦਿੱਤਾ। ਕਿਹਾ ਇਹੋ ਜਾ ਰਿਹਾ ਹੈ। ਇਹ ਤਸਵੀਰਾਂ 9 ਅਪ੍ਰੈਲ ਦੀਆਂ ਨੇ ਅਤੇ ਇਹਨਾਂ ਤਸਵੀਰਾਂ 'ਚ ਤੁਸੀਂ ਖੁਦ ਹੀ ਦੇਖ ਸਕਦੇ ਹੋ ਕਿ ਕਿਵੇਂ ਸਿੱਧੂ ਲੋਕਾਂ 'ਚ ਬਿਨਾਂ ਮਾਸਕ ਪਾਏ ਖੜੇ ਨੇ ਅਤੇ ਸੋਸ਼ਲ ਡਿਸਟੈਂਸਿੰਗ ਇਹ ਸ਼ਬਦ ਤਾਂ ਸ਼ਾਇਦ ਸਿੱਧੂ ਸਾਹਿਬ ਦੇ ਨੇੜਿਓਂ ਵੀ ਨਿਕਲ ਨਹੀਂ ਰਹੇ। ਨਵਜੋਤ ਸਿੰਘ ਸਿੱਧੂ ਅੱਜ ਫਿਰ ਸੜਕਾਂ ਤੇ ਨੇ। ਇਸ ਵੇਲੇ ਤੁਸੀਂ ਦੇਖੋ ਕਿ ਨਵਜੋਤ ਸਿੰਘ ਸਿੱਧੂ ਕੁਝ ਦੇਰ ਪਹਿਲਾਂ ਬੱਸ ਸਟੈਂਡ ਦੇ ਕੋਲ ਇੱਕ ਮਾਰਕੀਟ ਦੇ ਵਿੱਚ ਜੋ ਹੈ ਲੋਕਾਂ ਨੂੰ ਜੋ ਰਾਸ਼ਨ ਹੈ ਉਹ ਪਹੁੰਚਾਉਣ ਦੇ ਲਈ ਪਹੁੰਚੇ ਸਨ ਤਾਂ ਅੱਜ ਇਹ ਦੋ ਥਾਵਾਂ ਤੇ ਉਹਨਾਂ ਵੱਲੋਂ ਕੋਸ਼ਿਸ਼ ਕੀਤੀ ਗਈ ਹੈ ਕਿ ਜਿਹੜੇ ਲੋਕ ਜ਼ਰੂਰਤਮੰਦ ਨੇ ਤਾਂ ਇਹਨਾਂ ਫਲੈਟਾਂ ਦੇ ਵਿੱਚ ਅੱਜ ਆ ਕੇ ਤੁਸੀਂ ਦੇਖੋ ਕਿ ਹੁਣ ਨਵਜੋਤ ਸਿੰਘ ਸਿੱਧੂ ਵਾਪਸ ਜਾ ਰਹੇ ਨੇ। ਉਹਨਾਂ ਵੱਲੋਂ ਖੁਦ ਜ਼ਰੂਰ ਇਹ ਸੁਨੇਹਾ ਦਿੱਤਾ ਜਾਂਦਾ ਲੋਕਾਂ ਨੂੰ ਕਿ ਸੋਸ਼ਲ ਡਿਸਟੈਂਸਿੰਗ ਜਿਹੜੀ ਆ ਉਹ ਮੇਨਟੇਨ ਰੱਖੀ ਜਾਵੇ ਪਰ ਜਿੱਦਾਂ ਹੀ ਨਵਜੋਤ ਸਿੰਘ ਸਿੱਧੂ ਪਹੁੰਚਦੇ ਨੇ ਤਾਂ ਉਹਨਾਂ ਦੇ ਆਲੇ ਦੁਆਲੇ ਖਾਸੀ ਭੀੜ ਜਿਹੜੀ ਉਹ ਦੇਖਣ ਨੂੰ ਮਿਲਦੀ ਹੈ। ਪੁਲਿਸ ਵੱਲੋਂ ਵੀ ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਲੋਕ ਇਕੱਠੇ ਜ਼ਿਆਦਾ ਨਾ ਹੋਣ, ਲਗਾਤਾਰ ਉਹਨਾਂ ਨੂੰ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਪਰ ਤੁਸੀਂ ਇਸ ਵੇਲੇ ਦੇਖੋ ਕਿ ਨਵਜੋਤ ਸਿੰਘ ਸਿੱਧੂ ਭਾਵੇਂ ਇੱਥੋਂ ਜਾ ਚੁੱਕੇ ਨੇ ਫਿਰ ਵੀ ਬਹੁਤ ਜ਼ਿਆਦਾ ਭੀੜ ਜਿਹੜੀ ਉਹ ਇੱਥੇ ਦਿਖਾਈ ਦੇ ਰਹੀ ਹੈ। ਇਹਨਾਂ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਕਈ ਸਵਾਲ ਉੱਠਦੇ ਨੇ ਕਿ ਆਖਿਰ ਸਿੱਧੂ ਮਾਸਕ ਕਿਉਂ ਨਹੀਂ ਪਾ ਰਹੇ, ਕਿਉਂ ਸਿੱਧੂ ਲੋਕਾਂ ਦੀ ਜਾਨ ਨੂੰ ਖਤਰੇ 'ਚ ਪਾ ਰਹੇ ਨੇ। ਸਿੱਧੂ ਨੂੰ ਸੋਸ਼ਲ ਡਿਸਟੈਂਸਿੰਗ ਦਾ ਕੀ ਮਤਲਬ ਨਹੀਂ ਪਤਾ ਜਾਂ ਸਿੱਧੂ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਣਾ ਜ਼ਰੂਰੀ ਨਹੀਂ ਸਮਝਦੇ। ਕੀ ਸਿੱਧੂ ਸਰਕਾਰ ਦੇ ਨਿਯਮ ਕਾਨੂੰਨਾਂ ਤੋਂ ਖੁਦ ਨੂੰ ਉੱਚਾ ਸਮਝਦੇ ਨੇ ਤੇ ਸਿੱਧੂ ਦਾ ਅਜਿਹਾ ਕਰਨਾ ਲੋਕਾਂ ਨੂੰ ਕੀ ਸੰਦੇਸ਼ ਦੇਵੇਗਾ। ਸਵਾਲ ਤਾਂ ਵੱਡੇ ਇਹੋ ਨੇ। ਇਹ ਸੱਚ ਹੈ ਕਿ ਪਹਿਲਾਂ ਸਰਕਾਰਾਂ ਵੱਲੋਂ ਮਾਸਕ ਪਾਉਣਾ ਲਾਜ਼ਮੀ ਨਹੀਂ ਕੀਤਾ ਗਿਆ ਸੀ ਪਰ ਕਰੋਨਾ ਦੇ ਵਾਧੇ ਕਹਿਰ ਨੂੰ ਵੇਖਦੇ ਹੋਏ ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਗਿਆ ਅਤੇ ਇਹ ਵੀ ਸੱਚਾਈ ਹੈ ਕਿ ਕਰੋਨਾ ਨੂੰ ਹਰਾਉਣ ਦੇ ਲਈ ਸੋਸ਼ਲ ਡਿਸਟੈਂਸਿੰਗ ਹੀ ਸਭ ਤੋਂ ਵੱਡਾ ਹਥਿਆਰ ਹੈ। ਪਰ ਸ਼ਾਇਦ ਸਿੱਧੂ ਸਾਹਿਬ ਨੂੰ ਇਹਨਾਂ ਗੱਲਾਂ ਦੀ ਕੋਈ ਫਿਕਰ ਹੀ ਨਹੀਂ, ਨਾ ਫਿਕਰ ਖੁਦ ਦੀ ਤੇ ਨਾ ਹੀ ਲੋਕਾਂ ਦੀ। ਪਰ ਸਵਾਲ ਹੈ ਕਿ ਕਿਉਂ ਸਿੱਧੂ ਇਸ ਦਾ ਜਵਾਬ ਦੇਣ। ਨਵਜੋਤ ਸਿੰਘ ਸਿੱਧੂ ਸਿਵਲ ਹਸਪੀਟਲ ਅਤੇ ਗੁਰੂ ਨਾਨਕ ਦੇਵ ਹਸਪੀਟਲ ਦੇ ਵਿੱਚ ਵੀ ਤਾਂ ਹੁਣ ਨਵਜੋਤ ਸਿੰਘ ਸਿੱਧੂ ਇੱਥੋਂ ਜਾ ਰਹੇ ਨੇ ਤਾਂ ਜਿੱਥੇ ਸੋਸ਼ਲ ਡਿਸਟੈਂਸਿੰਗ ਦਾ ਉਹਨਾਂ ਵੱਲੋਂ ਧਿਆਨ ਰੱਖਿਆ ਜਾ ਰਿਹਾ ਸੀ ਪਰ ਅੱਜ ਵੀ ਨਵਜੋਤ ਸਿੰਘ ਸਿੱਧੂ ਇਹਨਾਂ ਤਿੰਨਾਂ ਥਾਵਾਂ ਤੇ ਬਿਨਾਂ ਮਾਸਕ ਤੋਂ ਹੀ ਨਜ਼ਰ ਆਏ ਜਿਸ ਦਾ ਉਹ ਜਵਾਬ ਪਹਿਲਾਂ ਹੀ ਆਪਣੇ YouTube ਚੈਨਲ ਤੇ ਦੇ ਚੁੱਕੇ ਸਨ ਕਿ ਜੋ ਮਾਸਕ ਹੈ ਉਹ WHO ਦਾ ਕਹਿਣਾ ਕਿ ਉਹਦੇ ਲਈ ਜ਼ਰੂਰੀ ਹੈ ਜੋ ਕਿ ਜਿਸ ਦੇ ਵਿੱਚ ਕੋਈ ਲੱਛਣ ਹੈ ਜਾਂ ਕਿਸੇ ਨੂੰ ਖਾਂਸੀ ਬੁਖਾਰ ਹੈ ਤਾਂ ਇਹ ਨਵਜੋਤ ਸਿੰਘ ਸਿੱਧੂ ਦਾ ਆਪਣਾ ਤਰਕ ਹੈ। ਕੋਰੋਨਾ ਵਾਇਰਸ ਦਿਨ ਰਾਤ ਪੰਜਾਬ 'ਚ ਰਫ਼ਤਾਰ ਫੜ ਰਿਹਾ ਹੈ। ਦਰਜਨ ਤੋਂ ਵੱਧ ਮੌਤਾਂ ਹੋ ਚੁੱਕੀਆਂ ਨੇ। ਮਰੀਜ਼ਾਂ ਦਾ ਅੰਕੜਾ 200 ਤੋਂ ਪਾਰ ਹੈ। ਕੋਰੋਨਾ ਦੀ ਰਫ਼ਤਾਰ ਨੂੰ ਮੱਧਮ ਪਾਉਣ ਦੇ ਲਈ ਕੈਪਟਨ ਸਰਕਾਰ ਤੇ ਸਿਹਤ ਵਿਭਾਗ ਹਰ ਹਮਲਾ ਮਾਰਨ ਦਾ ਦਾਅਵਾ ਕਰ ਰਹੀ ਹੈ, ਸਖਤ ਫੈਸਲੇ ਲੈ ਰਹੀ ਹੈ। ਖੁਦ ਕੈਪਟਨ ਅਪੀਲਾਂ ਦੇ ਨਾਲ ਸਖਤੀ ਦੇ ਹੁਕਮ ਦੇ ਚੁੱਕੇ ਨੇ। 10 ਅਪ੍ਰੈਲ ਤੋਂ ਪੰਜਾਬ 'ਚ ਤਾਂ ਘਰੋਂ ਬਾਹਰ ਨਿਕਲਣ ਵਾਲੇ ਹਰ ਸ਼ਖਸ ਲਈ ਮਾਸਕ ਪਾਉਣਾ ਜ਼ਰੂਰੀ ਹੈ। ਖੁਦ ਮੁੱਖ ਮੰਤਰੀ ਨੇ ਪੰਜਾਬ ਦੇ ਲੋਕਾਂ ਨੂੰ ਇਹ ਹੁਕਮ ਸਖਤੀ ਨਾਲ ਮੰਨਣ ਦੇ ਲਈ ਵੀ ਕਿਹਾ ਪਰ ਸਿੱਧੂ ਕਿੱਥੇ ਕੈਪਟਨ ਦੀ ਮੰਨਦੇ ਨੇ। ਹਾਂ, ਨਾਲੇ ਸਿੱਧੂ ਤਾਂ ਕੈਪਟਨ ਨੂੰ ਆਪਣਾ ਕੈਪਟਨ ਮੰਨਦੇ ਹੀ ਨਹੀਂ। ਖੈਰ, ਇਹ ਵਿਸ਼ਾ ਹੋਰ ਹੈ, ਮੁੱਦਾ ਵੀ ਹੋਰ। ਗੱਲ ਅਸੀਂ ਕਰਨੀ ਹੈ ਬੀਤੀ 13 ਅਪ੍ਰੈਲ ਦੀ ਯਾਨੀ ਵਿਸਾਖੀ ਵਾਲੇ ਦਿਨ ਦੀ, ਜਦੋਂ ਸਿੱਧੂ ਸਾਹਿਬ ਤੜਕਸਾਰ ਘਰੋਂ ਨਿਕਲੇ, ਉਹ ਵੀ ਬਿਨਾਂ ਮਾਸਕ ਯਾਨੀ ਸਰਕਾਰੀ ਆਦੇਸ਼ ਨੂੰ ਟਿੱਚ ਜਾਣਦੇ ਹੋਏ। ਸਿੱਧੂ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਪਹੁੰਚੇ ਜਿੱਥੇ ਉਹਨਾਂ ਨੇ ਡਾਕਟਰਾਂ ਦੇ ਨਾਲ ਗੱਲਬਾਤ ਕੀਤੀ, ਉਹਨਾਂ ਦੀਆਂ ਮੁਸ਼ਕਲਾਂ ਸੁਣੀਆਂ ਤੇ ਫਿਰ ਡਾਕਟਰਾਂ ਨੂੰ ਆਪਣੇ ਪੱਲੇ ਤੋਂ 400 PPE ਕਿੱਟਾਂ ਵੀ ਵੰਡ ਦਿੱਤੀਆਂ। ਹਾਲਾਂਕਿ ਸਿੱਧੂ ਨੂੰ ਸਵਾਲ ਵੀ ਹੋਇਆ ਕਿ ਉਹ ਮਾਸਕ ਕਿਉਂ ਨਹੀਂ ਪਾਉਂਦੇ ਪਰ ਸਿੱਧੂ ਕਿਉਂ ਬੋਲਣ, ਉਹ ਤਾਂ ਆਪਣੀ ਲੋੜ ਮੁਤਾਬਕ ਬੋਲਦੇ ਨੇ।
ਨਵਜੋਤ ਸਿੰਘ ਸਿੱਧੂ ਵੱਲੋਂ ਜਿੱਥੇ ਵੱਖ-ਵੱਖ ਇਲਾਕਿਆਂ ਦੇ ਵਿੱਚ ਰਾਸ਼ਨ ਪਹੁੰਚਾਉਣ ਦਾ ਕੰਮ ਕੀਤਾ ਜਾ ਰਿਹਾ, ਉੱਥੇ ਹੀ ਇੱਥੇ ਸਫਾਈ ਕਰਮਚਾਰੀਆਂ ਨੂੰ ਵੀ ਨਵਜੋਤ ਸਿੰਘ ਸਿੱਧੂ ਮਿਲਣ ਪਹੁੰਚੇ ਨੇ, ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਔਰ ਹੁਣ ਇੱਥੇ ਕੁਝ ਵਰਕਰਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਸਿੱਧੂ ਸਾਹਿਬ ਕਹਿੰਦੇ ਅਸੀਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਪਰ ਫਿਲਹਾਲ ਉਹ ਆਪਣੇ ਵਰਕਰਾਂ ਦੇ ਨਾਲ ਤੇ ਗੱਲ ਕਰ ਰਹੇ। ਸਿੱਧੂ ਸਾਹਿਬ ਕਹਿੰਦੇ ਤੁਸੀਂ ਮਾਸਕ ਨਹੀਂ ਪਾਉਂਦੇ ਜੀ, ਇਹਦੇ ਬਾਰੇ ਦੱਸ ਸਕਦੇ ਜੀ? ਸਰ ਤੁਸੀਂ ਨਵਜੋਤ ਸਿੰਘ ਸਿੱਧੂ ਨੂੰ ਸਵਾਲ ਅਸੀਂ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਪਹਿਲਾਂ ਹੀ ਆਪਣੀ ਇੱਕ ਵੀਡੀਓ ਜਾਰੀ ਕਰਕੇ ਗੱਲ ਕਹਿ ਚੁੱਕੇ ਨੇ ਕਿ WHO ਤੋਂ ਜਿਹੜਾ ਤੁਸੀਂ ਦੇਖਿਆ ਕਿ ਨਵਜੋਤ ਇਹ ਸਵਾਲ ਦਾ ਜਵਾਬ ਉਹਨਾਂ ਨੂੰ ਮਿਲਿਆ ਸੀ। ਤਾਂ ਇੱਥੇ ਤੁਸੀਂ ਦੇਖੋ ਕਿ ਨਵਜੋਤ ਸਿੰਘ ਸਿੱਧੂ ਦੇ ਜਿੰਨੇ ਵੀ ਸਮਰਥਕ ਨੇ ਉਹਨਾਂ ਦੀ ਗੱਡੀ ਦੇ ਵਿੱਚ ਉਹਨਾਂ ਦੇ ਨਾਲ ਸਵਾਰ ਨੇ, ਭਾਵੇਂ ਉਹਨਾਂ ਦੇ ਜੋ ਸੁਰੱਖਿਆ ਗਾਰਡ ਨੇ, ਤਾਂ ਕੋਈ ਵੀ ਜੋ ਹੈ ਉਹ ਮਾਸਕ ਪਾ ਕੇ ਨਹੀਂ ਨਿਕਲਦਾ। ਤਾਂ ਅੱਜ ਅਸੀਂ ਉਹਨਾਂ ਨੂੰ ਸਵਾਲ ਵੀ ਕਰਨ ਦੀ ਜਿਹੜੀ ਹੈ ਕੋਸ਼ਿਸ਼ ਕੀਤੀ, ਜਵਾਬ ਜਾਣਨ ਦੀ ਕੋਸ਼ਿਸ਼ ਕੀਤੀ, ਪਰ ਨਵਜੋਤ ਸਿੰਘ ਸਿੱਧੂ ਤੁਸੀਂ ਦੇਖੋ ਕਿ ਆਪਣੇ ਵਰਕਰਾਂ ਦੇ ਨਾਲ ਲਗਾਤਾਰ ਮਿਲ ਰਹੇ ਨੇ ਔਰ ਲਗਾਤਾਰ ਸੜਕਾਂ ਤੇ ਅੱਜ ਕੱਲ੍ਹ ਨਜ਼ਰ ਆ ਰਹੇ ਨੇ, ਕਿਉਂਕਿ ਲਗਾਤਾਰ ਉਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਉਹ ਕਿਸੇ ਵੀ ਤਰ੍ਹਾਂ ਦੀ ਆਪਣੇ ਜਿਹੜੇ ਵਰਕਰ ਨੇ, ਹਲਕੇ ਦੇ ਨਾਲ ਸੰਬੰਧਿਤ ਜਿਹੜੇ ਲੋਕ ਨੇ, ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕਮੀ ਨਹੀਂ ਆਉਣ ਦੇਣਗੇ। ਤਾਂ ਇਹ ਤੁਸੀਂ ਦੇਖੋ ਕਿ ਇਸ ਤੋਂ ਪਹਿਲਾਂ ਰਣਜੀਤ ਐਵਨਿਊ ਇਲਾਕੇ ਦੇ ਵਿੱਚ ਨਵਜੋਤ ਸਿੰਘ ਸਿੱਧੂ ਪਹੁੰਚੇ ਸਨ ਔਰ ਹੁਣ ਬਟਾਲਾ ਰੋਡ ਇਲਾਕੇ ਦੇ ਵਿੱਚ ਉਹਨਾਂ ਵੱਲੋਂ ਆ ਕੇ ਸਫਾਈ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਪਰ ਜਦੋਂ ਇਹ ਸਵਾਲ ਪੁੱਛਣ ਦੀ ਕੋਸ਼ਿਸ਼ ਕੀਤੀ ਕਿ ਆਖਿਰਕਾਰ ਨਵਜੋਤ ਸਿੰਘ ਸਿੱਧੂ ਮਾਸਕ ਕਿਉਂ ਨਹੀਂ ਪਾਉਂਦੇ, ਤਾਂ ਉਹ ਮੁਸਕਰਾਉਂਦੇ ਹੋਏ ਇੱਥੋਂ ਨਿਕਲ ਗਏ ਔਰ ਉਹਨਾਂ ਨੇ ਕਿਸੇ ਤਰ੍ਹਾਂ ਦਾ ਕੋਈ ਵੀ ਜਵਾਬ ਨਹੀਂ ਦਿੱਤਾ। ਇਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਆਪਣੇ ਹਲਕੇ ਦੇ ਸਫਾਈ ਮੁਲਾਜ਼ਮਾਂ ਨੂੰ ਮਿਲਣ ਪਹੁੰਚੇ। ਇਸ ਮੌਕੇ ਸਿੱਧੂ ਨੇ ਸੰਕਟ ਸਮੇਂ ਪਹਿਲੀ ਕਤਾਰ 'ਚ ਖੜੇ ਇਹਨਾਂ ਯੋਧਿਆਂ ਨੂੰ 75 ਲੀਟਰ ਸੈਨੀਟਾਈਜ਼ਰ, 100 ਦਸਤਾਨੇ ਅਤੇ 100 ਮਾਸਕ ਵੀ ਵੰਡੇ। ਹਾਲਾਂਕਿ ਸਿੱਧੂ ਨੇ ਇਸ ਦੌਰਾਨ ਸੋਸ਼ਲ ਡਿਸਟੈਂਸਿੰਗ ਦਾ ਪੂਰਾ ਖਿਆਲ ਰੱਖਿਆ। ਸਾਰੇ ਸਫਾਈ ਕਰਮਚਾਰੀਆਂ ਨੂੰ ਇੱਕ ਗੋਲ ਚੱਕਰ 'ਚ ਖੜਾ ਕੀਤਾ ਗਿਆ। ਸਿੱਧੂ ਇਸ ਦੌਰਾਨ ਆਪਣੇ ਸੁਰੱਖਿਆ ਕਰਮਚਾਰੀਆਂ ਤੇ ਸਹਿਯੋਗੀਆਂ ਨੂੰ ਵੀ ਸੋਸ਼ਲ ਡਿਸਟੈਂਸਿੰਗ ਬਣਾਏ ਰੱਖਣ ਦੀ ਨਸੀਹਤ ਦਿੰਦੇ ਦਿਖੇ। ਪਰ ਜਨਾਬ ਇਸ ਦੌਰਾਨ ਖੁਦ ਮਾਸਕ ਲਗਾਉਣਾ ਭੁੱਲ ਗਏ। ਵਿਵਾਦ ਤਾਂ ਹੀ ਹੋਇਆ। ਤੁਹਾਡੇ ਮਤਲਬ ਜਿੰਨਾ ਕੁ ਧੰਨਵਾਦ ਕਰ ਸਕਾਂ ਨਾ ਉਹ ਘੱਟ ਆ ਮਿੱਤਰੋ। ਯਾਦ ਰੱਖਿਓ ਤੁਸੀਂ ਫਰੰਟ ਲਾਈਨ ਵਾਰੀਅਰ ਹੋ, ਸਭ ਤੋਂ ਅੱਗੇ ਖੜਨ ਵਾਲੇ ਵਾਰੀਅਰ ਹੋ। ਜੇ ਤੁਹਾਨੂੰ ਨਾ ਇੱਜ਼ਤ ਦਿੱਤੀ ਤੇ ਫਿਰ ਸਮਝ ਲਓ ਸਾਡੀ ਪੱਗ ਲੈ ਗਈ ਹੈ, ਪੱਗ ਦੇ ਲਾੜੋ। ਧੰਨਵਾਦ ਤੁਹਾਡਾ ਔਰ ਤੁਹਾਨੂੰ ਜੋ ਸਨਮਾਨਿਤ ਕਰਨਗੇ ਇਹ ਸਾਡੇ ਵਰਕਰ ਨੇ, ਮੈਂ ਤਹਿ ਦਿਲੋਂ ਤੁਹਾਡਾ ਧੰਨਵਾਦ ਕਰਦਾ। ਆਪਣੇ ਹਲਕੇ ਤੋਂ ਬਾਅਦ ਸਿੱਧੂ ਤਰਨਤਾਰਨ ਦੇ ਸਿਵਲ ਹਸਪਤਾਲ ਵੀ ਪਹੁੰਚੇ, ਜਿੱਥੇ ਉਹਨਾਂ ਡਾਕਟਰਾਂ ਦੇ ਨਾਲ ਮੁਲਾਕਾਤ ਕੀਤੀ। ਉਹਨਾਂ ਦੇ ਵੱਲੋਂ ਨਿਭਾਈ ਜਾ ਰਹੀ ਨਿਸਵਾਰਥ ਸੇਵਾ ਦੇ ਲਈ ਧੰਨਵਾਦ ਕੀਤਾ ਤੇ ਫਰੰਟ ਲਾਈਨ ਇਹਨਾਂ ਯੋਧਿਆਂ ਨੂੰ ਕੋਰੋਨਾ ਤੋਂ ਬਚਣ ਲਈ PPE ਕਿੱਟਾਂ ਵੀ ਵੰਡੀਆਂ। ਪਰ ਇੱਥੇ ਵੀ ਸਿੱਧੂ ਦੇ ਨਾਲ ਉਹੀ ਸਵਾਲ ਤੁਰਦਾ ਗਿਆ ਕਿ ਸਿੱਧੂ ਸਾਹਿਬ ਤੁਸੀਂ ਮਾਸਕ ਜਾਣਬੁੱਝ ਕੇ ਨਹੀਂ ਪਾਉਂਦੇ ਜਾਂ ਕੈਪਟਨ ਦਾ ਹੁਕਮ ਹੈ ਇਸ ਲਈ ਹੀ ਨਹੀਂ ਮੰਨਣਾ? ਪਰ ਜਨਾਬ ਕੈਪਟਨ ਦੇ ਆਦੇਸ਼ ਨੂੰ ਨਾ ਮੰਨਣਾ ਕਿੰਨਾ ਮਹਿੰਗਾ ਪੈ ਸਕਦਾ ਹੈ, ਤੁਹਾਡੇ ਤੋਂ ਬਿਹਤਰ ਇਹ ਵੀ ਕੋਈ ਨਹੀਂ ਜਾਣਦਾ ਹੋਵੇਗਾ। ਇਸ ਲਈ ਅਪੀਲ ਤਾਂ ਇਹੋ ਹੈ, ਕਰੋ ਨਾ ਸਿੱਧੂ ਵਿਵਾਦ। ਹਾਲਾਂਕਿ ਜੇ WHO ਦੀ ਗਾਈਡਲਾਈਨਸ ਨੂੰ ਵੇਖੀਏ ਤਾਂ ਉਹਨਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਇੱਕ ਸਿਹਤਮੰਦ ਵਿਅਕਤੀ ਨੂੰ ਮਾਸਕ ਪਾਉਣ ਦੀ ਜ਼ਰੂਰਤ ਨਹੀਂ। ਪਰ ਦੂਜੇ ਪਾਸੇ ਇਹ ਵੀ ਹਕੀਕਤ ਹੈ ਕਿ ਭੀੜ 'ਚ ਕੌਣ ਇਸ ਵਾਇਰਸ ਦੇ ਨਾਲ ਸੰਕਰਮਿਤ ਹੈ, ਇਹ ਸਾਹਮਣੇ ਵਾਲੇ ਨੂੰ ਕਿੰਜ ਪਤਾ ਚੱਲੇ। ਸੋ ਇਹਨਾਂ ਬਰੀਕੀਆਂ ਨੂੰ ਵੇਖਦੇ ਹੋਏ ਹੀ ਸ਼ਾਇਦ ਪੰਜਾਬ ਸਰਕਾਰ ਨੇ ਘਰੋਂ ਬਾਹਰ ਨਿਕਲਣ ਦੇ ਲਈ ਮਾਸਕ ਪਾਉਣਾ ਜ਼ਰੂਰੀ ਕਰ ਦਿੱਤਾ ਹੈ। ਹਾਲਾਂਕਿ ਜੇ ਬਾਕੀ ਦੇਸ਼ਾਂ ਦੀ ਗੱਲ ਕਰੀਏ ਤੇ ਮਾਸਕ ਪਾਉਣ ਨੂੰ ਲੈ ਕੇ ਵਿਗਿਆਨੀਆਂ ਦੀ ਰਾਏ ਵੀ ਵੰਡੀ ਹੋਈ ਹੈ। ਹੁਣ ਇਹਨਾਂ ਖਦਸ਼ਿਆਂ ਨੂੰ ਦੂਰ ਕਰਨ ਦੇ ਲਈ ਭਾਰਤ ਦੇ ਸਿਹਤ ਮੰਤਰਾਲੇ ਨੇ ਕੁਝ ਜਾਣਕਾਰੀਆਂ ਸਾਂਝੀਆਂ ਕੀਤੀਆਂ ਨੇ, ਜਿਨ੍ਹਾਂ ਦੇ ਵਿੱਚ ਦੱਸਿਆ ਗਿਆ ਕਿ ਕਦੋਂ ਅਤੇ ਕਿਸ ਨੂੰ ਮਾਸਕ ਪਾਉਣਾ ਚਾਹੀਦਾ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਮੁਤਾਬਿਕ ਹਰ ਕਿਸੇ ਨੂੰ ਮਾਸਕ ਪਾਉਣਾ ਜ਼ਰੂਰੀ ਨਹੀਂ। ਮਾਸਕ ਉਦੋਂ ਹੀ ਪਾਇਆ ਜਾਵੇ ਜਦੋਂ ਤੁਹਾਨੂੰ ਕੁਝ ਸੰਕਰਮਣ ਹੋਣ, ਜਿਵੇਂ ਖਾਂਸੀ, ਬੁਖਾਰ ਜਾਂ ਸਾਹ ਲੈਣ 'ਚ ਤਕਲੀਫ ਵਗੈਰਾ ਹੋਵੇ। ਪਰ ਦਰਅਸਲ ਗੱਲ ਕੇਂਦਰ ਦੀ ਵੀ ਨਹੀਂ, ਗੱਲ ਪੰਜਾਬ ਦੀ ਹੈ, ਸੂਬੇ ਦੇ ਮੁੱਖ ਮੰਤਰੀ ਦੇ ਹੁਕਮਾਂ ਦੀ ਹੈ। ਉਹਨਾਂ ਸਾਫ਼ ਕੀਤਾ ਕਿ ਬਾਹਰ ਨਿਕਲਣ ਸਮੇਂ ਮਾਸਕ ਲਗਾਉਣਾ ਜ਼ਰੂਰੀ ਹੈ, ਜੋ ਕਿ ਸਿੱਧੂ ਭਾਜੀ ਨੇ ਨਹੀਂ ਲਗਾਇਆ ਹੋਇਆ ਸੀ। ਇਸ ਸਭ ਦੇ ਵਿੱਚ ਜਦੋਂ ਸਿੱਧੂ ਸਾਹਿਬ ਦਾ ਇੱਕ ਤਰ੍ਹਾਂ ਸਪਸ਼ਟੀਕਰਨ ਵੀ ਸਾਹਮਣੇ ਆ ਗਿਆ। ਸਿੱਧੂ ਨੇ ਬਕਾਇਦਾ ਇੱਕ ਪ੍ਰੈਸ ਨੋਟ ਜਾਰੀ ਕਰਕੇ ਨਾ ਸਿਰਫ ਉਹਨਾਂ ਦੇ ਵੱਲੋਂ ਕੀਤੇ ਗਏ ਯਤਨਾਂ ਬਾਰੇ ਜਾਣਕਾਰੀ ਦਿੱਤੀ, ਸਗੋਂ ਲੋਕਾਂ ਨੂੰ WHO ਦੀਆਂ ਹਦਾਇਤਾਂ ਵੀ ਦੱਸ ਦਿੱਤੀਆਂ। ਇਸ ਪ੍ਰੈਸ ਨੋਟ ਦੇ ਵਿੱਚ ਉਹਨਾਂ ਲਿਖਿਆ ਕਿ ਵਿਸ਼ਵ ਸਿਹਤ ਸੰਗਠਨ ਜ਼ੋਰ ਦੇ ਕੇ ਕਹਿੰਦਾ ਹੈ ਕਿ ਬਹੁਤ ਜ਼ਰੂਰੀ ਹੈ ਕਿ ਮੈਡੀਕਲ ਅਤੇ ਰੈਸਪੀਰੇਟਰ ਮਾਸਕ ਦੇ ਲਈ ਸਿਹਤ ਕਰਮਚਾਰੀਆਂ ਨੂੰ ਪਹਿਲ ਦਿੱਤੀ ਜਾਵੇ, ਯਾਨੀ ਮਾਸਕ ਸਿਰਫ ਸਿਹਤ ਮੁਲਾਜ਼ਮਾਂ, ਮਰੀਜ਼ਾਂ ਦੀ ਦੇਖਭਾਲ ਕਰਨ ਵਾਲੇ ਅਤੇ ਸਾਹ ਨਾਲ ਸੰਬੰਧਿਤ ਬਿਮਾਰੀ ਜਿਵੇਂ ਬੁਖਾਰ ਤੇ ਖੰਘ ਦੇ ਮਰੀਜ਼ ਨੇ ਉਹੀ ਪਾਉਣ।
ਇੱਕ ਗੱਲ ਕਹਿਣਾ ਕਿ ਮਾਨ ਔਰ ਸਨਮਾਨ ਉਹਨੂੰ ਨਹੀਂ ਮਿਲਦਾ ਜਿਹੜਾ ਉਹਦੀ ਇੱਛਾ ਕਰਦਾ ਹੈ। ਇਹ ਹਮੇਸ਼ਾ ਉਹਨੂੰ ਮਿਲਦਾ ਹੈ ਜਿਹੜਾ ਉਹਦੀ ਇੱਛਾ ਕਰੇ ਬਗੈਰ ਆਪਣੇ ਫਰਜ਼ ਦੇ ਉੱਤੇ, ਆਪਣੇ ਕਰਤੱਵ ਪੱਥ ਦੇ ਉੱਤੇ ਡਟਿਆ ਰਹਿੰਦਾ। ਤੁਸੀਂ ਡਟੇ ਹੋਏ ਹੋ, ਆਪਣੇ ਫਰਜ਼ ਨਿਭਾ ਰਹੇ ਹੋ ਔਰ ਉਹ ਦਿਖਦਾ ਹੈ। ਇਸ ਕਰਕੇ ਹਰ ਪੰਜਾਬੀ, ਸਾਰਾ ਵਰਲਡ ਤੁਹਾਡੇ ਨਾਲ ਭਾਵਨਾਤਮਕ ਤੌਰ, ਆਤਮਿਕ ਤੌਰ ਨਾਲ ਰੂਹਾਨੀ ਰਿਸ਼ਤਾ ਹੈ ਤੁਹਾਡਾ ਔਰ ਸਾਡਾ। ਅਸੀਂ ਇਕੱਠੇ ਹਾਂ, ਅਸੀਂ ਇਹ ਲੜਾਈ ਇਕੱਠੇ ਹੋ ਕੇ ਲੜਨੀ। ਇਹ ਵਕਤ ਉਂਗਲਾਂ ਚੁੱਕਣ ਦਾ ਨਹੀਂਗਾ। ਬਿਲਕੁਲ ਸਰ, ਉਹ ਜ਼ਿਆਦਾ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ ਕਿ ਸਾਨੂੰ ਹਰ ਇੱਕ ਨੂੰ ਸਪੋਰਟ ਕਰਨਾ ਦੇਖੋ, ਵੀ ਹੈਵ ਟੂ ਡੂ ਆਰ ਬੈਸਟ ਵੇਅਰਐਵਰ ਵੀ ਆਰ ਵਿਦ ਵਾਟਐਵਰ ਵੀ ਹੈਵ। ਯੈਸ, ਸੋ ਥੈਂਕ ਯੂ ਵੈਰੀ ਮਚ। ਤੁਸੀਂ ਅਸੀਂ ਤਾਂ, ਮੈਂ ਤਾਂ ਇਹ ਕਹਿੰਦਾ ਵੀ ਰੱਬ ਦਾ ਸੀ, ਰੱਬ ਨੂੰ ਦਿੱਤਾ। ਤੇ ਤੁਹਾਨੂੰ ਪਿਛਲੀ ਵਾਰ ਵੀ ਕਿਹਾ ਸੀਗਾ ਕਿ ਤੁਹਾਡਾ ਰਿਸ਼ਤਾ ਰੱਬੀ ਹੈ, ਰੂਹਾਨੀ ਹੈ। ਸੱਚੀ ਗੱਲ ਤੁਹਾਨੂੰ ਮੈਂ ਕਹਿ ਰਿਹਾ ਕਿ ਜਿੱਥੇ ਖੂਨ ਦੇ ਰਿਸ਼ਤੇ ਨਹੀਂ, ਉੱਥੇ ਤੁਹਾਡਾ ਰਿਸ਼ਤਾ। ਆਪਣੇ ਇਸ ਪ੍ਰੈਸ ਨੋਟ ਦੇ ਵਿੱਚ ਵਾਰ-ਵਾਰ ਸਿੱਧੂ ਨੇ WHO ਦੀਆਂ ਹਦਾਇਤਾਂ ਦਾ ਹਵਾਲਾ ਦਿੱਤਾ। ਵਾਰ-ਵਾਰ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਮਾਸਕ ਕਿਸੇ ਸਿਹਤਮੰਦ ਵਿਅਕਤੀ ਨੂੰ ਪਾਉਣ ਦੀ ਜ਼ਰੂਰਤ ਨਹੀਂ। ਪਰ ਜੇਕਰ ਅਜਿਹਾ ਹੈ ਵੀ ਤਾਂ ਇਸ ਗੱਲ ਨੂੰ ਵੀ ਧਿਆਨ ਦੇ ਵਿੱਚ ਰੱਖਣਾ ਜ਼ਰੂਰੀ ਹੈ ਕਿ ਪੰਜਾਬ ਸਰਕਾਰ ਨੇ ਜਨਤਕ ਥਾਵਾਂ ਉੱਤੇ ਜਾਣ ਅਤੇ ਘਰੋਂ ਬਾਹਰ ਨਿਕਲਣ ਤੇ ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਹੈ। ਅਜਿਹਾ ਸਿਰਫ ਪੰਜਾਬ ਦੇ ਵਿੱਚ ਹੀ ਨਹੀਂ, ਸੂਬੇ ਦੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਵੀ ਘਰੋਂ ਬਾਹਰ ਨਿਕਲਣ ਤੇ ਮਾਸਕ ਪਾਉਣਾ ਲਾਜ਼ਮੀ ਹੈ। ਬਹਿਰਹਾਲ ਜਾਂਦੇ ਜਾਂਦੇ ਜਨਾਬ ਦੇ ਕੁਝ ਪਹਿਲੇ ਵਿਵਾਦਾਂ ਨਾਲ ਵੀ ਦੋ ਚਾਰ ਹੋ ਜਾਈਏ। ਪਟਿਆਲਾ ਦਾ ਰੋਡ ਰੇਜ ਕੇਸ 27 ਦਸੰਬਰ 1988 ਨੂੰ ਪਟਿਆਲਾ ਵਿੱਚ ਵਾਪਰੀ ਘਟਨਾ ਨੇ ਲੰਬੇ ਵਕਤ ਤੱਕ ਸਿੱਧੂ ਦਾ ਸਾਥ ਨਹੀਂ ਛੱਡਿਆ। ਸਿੱਧੂ ਤੇ ਇਲਜ਼ਾਮ ਲੱਗੇ ਕਿ ਪਾਰਕਿੰਗ ਨੂੰ ਲੈ ਕੇ ਹੋਈ ਬਹਿਸ ਤੋਂ ਬਾਅਦ ਸਿੱਧੂ ਨੇ 65 ਸਾਲਾ ਗੁਰਨਾਮ ਸਿੰਘ ਦੇ ਨਾਲ ਕੁੱਟਮਾਰ ਕੀਤੀ, ਜਿਸ ਦੌਰਾਨ ਵੱਜੀ ਸੱਟ ਕਾਰਨ ਉਹਨਾਂ ਦੀ ਮੌਤ ਹੋ ਗਈ। ਮਾਮਲੇ ਵਿੱਚ ਟ੍ਰਾਇਲ ਕੋਰਟ ਨੇ ਸਿੱਧੂ ਨੂੰ ਬਰੀ ਕਰ ਦਿੱਤਾ ਸੀ, ਪਰ ਹਾਈ ਕੋਰਟ ਨੇ ਸਿੱਧੂ ਅਤੇ ਉਹਨਾਂ ਦੇ ਦੋਸਤ ਰੁਪਿੰਦਰ ਸੰਧੂ ਨੂੰ 3 ਸਾਲ ਦੀ ਸਜ਼ਾ ਸੁਣਾਈ। ਸਜ਼ਾ ਖਿਲਾਫ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ, ਜਿਸ ਵਿੱਚ ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਫੈਸਲੇ ਨੂੰ ਖਾਰਿਜ ਕਰਦਿਆਂ ਸਿੱਧੂ ਅਤੇ ਉਹਨਾਂ ਦੇ ਦੋਸਤ ਨੂੰ ਕੇਸ ਦੇ ਵਿੱਚੋਂ ਬਰੀ ਕਰ ਦਿੱਤਾ। ਨਵਜੋਤ ਸਿੰਘ ਸਿੱਧੂ ਅਤੇ ਉਹਨਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਲੰਬੇ ਸਮੇਂ ਤੋਂ ਬੀਜੇਪੀ ਨਾਲ ਜੁੜੇ ਸਨ। ਪੰਜਾਬ ਦੇ ਵਿੱਚ ਸਿੱਧੂ ਜੋੜੇ ਦੇ ਸ਼੍ਰੋਮਣੀ ਅਕਾਲੀ ਦਲ, ਖਾਸ ਤੌਰ ਤੇ ਬਾਦਲ ਪਰਿਵਾਰ ਦੇ ਨਾਲ ਮਤਭੇਦ ਕਾਰਨ ਉਹਨਾਂ ਨੂੰ ਬੀਜੇਪੀ ਦਾ ਅਕਾਲੀ ਦਲ ਨਾਲ ਗੱਠਜੋੜ ਹਜ਼ਮ ਨਹੀਂ ਹੋ ਰਿਹਾ ਸੀ। 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿੱਧੂ ਜੋੜੇ ਨੇ ਬੀਜੇਪੀ ਦਾ ਸਾਥ ਛੱਡ ਦਿੱਤਾ। ਫਿਰ ਕਾਫੀ ਸਮਾਂ ਕਸ਼ਮਕਸ਼ ਰਹੀ ਕਿ ਆਖਿਰ ਸਿੱਧੂ ਪਤੀ ਪਤਨੀ ਕਾਂਗਰਸ ਵਿੱਚ ਸ਼ਾਮਲ ਹੋ ਹੀ ਗਏ। ਸਾਲ 2018 ਵਿੱਚ ਦੁਸ਼ਹਿਰੇ ਦੀ ਸ਼ਾਮ ਅੰਮ੍ਰਿਤਸਰ ਦੇ ਵਿੱਚ ਭਿਆਨਕ ਰੇਲ ਹਾਦਸਾ ਵਾਪਰਿਆ। ਜੋੜਾ ਫਾਟਕ ਨੇੜੇ ਰੇਲਵੇ ਲਾਈਨਾਂ ਤੇ ਖੜੇ ਰਾਵਣ ਦਹਨ ਦੇਖ ਰਹੇ ਲੋਕ ਟ੍ਰੇਨ ਦੀ ਲਪੇਟ ਦੇ ਵਿੱਚ ਆ ਗਏ। ਜਿਸ ਰਾਵਣ ਦਹਨ ਨੂੰ ਦੇਖ ਰਹੇ ਲੋਕ ਹਾਦਸੇ ਦਾ ਸ਼ਿਕਾਰ ਹੋਏ। ਉਸ ਸਮਾਗਮ ਵਿੱਚ ਮੁੱਖ ਮਹਿਮਾਨ ਉਸ ਸਮੇਂ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਸਨ। ਕਈ ਲੋਕਾਂ ਨੇ ਇਲਜ਼ਾਮ ਲਗਾਇਆ ਕਿ ਨਵਜੋਤ ਕੌਰ ਸਿੱਧੂ ਦੇ ਸਮਾਗਮ ਦੇ ਵਿੱਚ ਦੇਰ ਨਾਲ ਪਹੁੰਚਣ ਕਾਰਨ ਰਾਵਣ ਦਹਨ ਹਨੇਰੇ ਹੋਏ ਕੀਤਾ ਗਿਆ, ਜਿਸ ਕਾਰਨ ਹਾਦਸਾ ਵਾਪਰਿਆ। ਵਿਰੋਧੀਆਂ ਨੇ ਸਿੱਧੂ ਦੇ ਅਸਤੀਫੇ ਦੀ ਮੰਗ ਵੀ ਕੀਤੀ। ਨਵਜੋਤ ਸਿੰਘ ਸਿੱਧੂ ਦੀ ਪਾਕਿਸਤਾਨ ਦੇ ਫੌਜ ਮੁਖੀ ਕਮਰ ਜਾਵੇਦ ਬਾਜਵਾ ਦੇ ਨਾਲ ਜੱਫੀ ਵੀ ਤਸਵੀਰ ਖੂਬ ਵਾਇਰਲ ਹੋਈ। ਇਸ ਉੱਤੇ ਸਿੱਧੂ ਦੇ ਵਿਰੋਧੀਆਂ ਤੇ ਹਮਾਇਤੀਆਂ ਨੇ ਆਪੋ ਆਪਣੇ ਤਰਕ ਦਿੱਤੇ। ਇਹ ਤਸਵੀਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਦੀ ਸੀ। ਸਿੱਧੂ ਨੇ ਕਿਹਾ ਕਿ ਪਾਕਿਸਤਾਨ ਦੇ ਫੌਜ ਮੁਖੀ ਨਾਲ ਉਸ ਵੇਲੇ ਕਰਤਾਰਪੁਰ ਲਾਂਘਾ ਖੁੱਲ੍ਹਣ ਬਾਰੇ ਗੱਲ ਹੋ ਰਹੀ ਸੀ, ਪਰ ਦਿੱਲੀ ਤੱਕ ਇਸ ਤਸਵੀਰ ਦੀ ਚਰਚਾ ਚੱਲਦੀ ਰਹੀ। ਚੌਦਾਂ ਫਰਵਰੀ ਨੂੰ ਕਸ਼ਮੀਰ ਦੇ ਪੁਲਵਾਮਾ ਦੇ ਵਿੱਚ ਹੋਏ ਆਤਮਘਾਤੀ ਹਮਲੇ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਆਪਣੇ ਬਿਆਨ ਕਾਰਨ ਸੁਰਖੀਆਂ ਦੇ ਵਿੱਚ ਆ ਗਏ। ਇਸ ਹਮਲੇ ਦਾ ਇਲਜ਼ਾਮ ਭਾਰਤ ਨੇ ਪਾਕਿਸਤਾਨ ਦੇ ਸਿਰ ਲਗਾਇਆ। ਮੁਲਕ ਅੰਦਰ ਪਾਕਿਸਤਾਨ ਪ੍ਰਤੀ ਗੁੱਸਾ ਵੀ ਵੇਖਣ ਨੂੰ ਮਿਲਿਆ। ਅਜਿਹੇ ਵਿੱਚ ਸਿੱਧੂ ਨੇ ਬਿਆਨ ਦਿੱਤਾ, ਕੁਝ ਬੁਰੇ ਲੋਕਾਂ ਕਾਰਨ ਪੂਰੀ ਕੌਮ ਜਾਂ ਪੂਰੇ ਦੇਸ਼ ਨੂੰ ਬੁਰਾ ਨਹੀਂ ਕਿਹਾ ਜਾ ਸਕਦਾ। ਸੋਸ਼ਲ ਮੀਡੀਆ ਤੇ ਸਿੱਧੂ ਦੇ ਖਿਲਾਫ ਅਤੇ ਹੱਕ ਦੇ ਵਿੱਚ ਲੋਕਾਂ ਨੇ ਆਪੋ ਆਪਣੀ ਰਾਏ ਜ਼ਾਹਰ ਕੀਤੀ ਸੀ। ਚੰਡੀਗੜ੍ਹ ਨਿਊਜ਼ ਡੈਸਕ ਤੋਂ ਨੀਰਜ ਬਾਲੀ, ਜਸਵੀਰ ਅਤੇ ਲਵਪ੍ਰੀਤ ਦੇ ਨਾਲ ਅੰਮ੍ਰਿਤਸਰ ਤੋਂ ਰਾਜੀਵ ਸ਼ਰਮਾ, ਨਿਊਜ਼ 18 ਪੰਜਾਬ।